ਪ੍ਰੋਫੈਸਰ ਦਾ ਫਰਜ਼। ਕਈ ਪ੍ਰੋਫੈਸਰ ਕਲਾਸ ਵਿੱਚ ਹਾਜ਼ਰ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਕਾਰਨ ਪੜ੍ਹਾਉਣ ਦੇ ਪੱਖੋਂ ਨਿਰਉਤਸ਼ਾਹਿਤ ਹੋ ਜਾਂਦੇ ਹਨ। ਚਾਹੀਦਾ ਤਾਂ ਇਹ ਹੈ ਕਿ ਪ੍ਰੋਫੈਸਰ ਘੱਟ ਵਿਦਿਆਰਥੀਆਂ ਵੱਲ ਵਧੇਰੇ ਧਿਆਨ ਦੇ ਕੇ ਪੜ੍ਹਾਵੇ ਅਤੇ ਵਿਅਕਤੀਗਤ ਧਿਆਨ ਦੇ ਕੇ ਠੋਸ ਦਿਲਚਸਪੀ ਜਗਾਵੇ। ਅਜਿਹੇ ਮੌਕਿਆਂ 'ਤੇ ਹਾਜ਼ਰ ਘੱਟ ਵਿਦਿਆਰਥੀ ਗੰਭੀਰ ਵਿਦਿਆਰਥੀ ਹੁੰਦੇ ਹਨ, ਜਿਨ੍ਹਾਂ ਦੀ ਪੜ੍ਹਨ ਵਿੱਚ ਵਧੇਰੇ ਰੁਚੀ ਅਤੇ ਦਿਲਚਸਪੀ ਹੁੰਦੀ ਹੈ। ਪੁਰਾਣੇ ਸਮਿਆਂ ਵਿੱਚ ਵਿਦਿਆਰਥੀ ਆਪ ਪੜ੍ਹਦੇ ਸਨ ਅਤੇ ਜੋ ਸਮਝ ਨਹੀਂ ਸੀ ਆਉਂਦਾ ਉਹ ਅਧਿਆਪਕ ਤੋਂ ਪੁੱਛਦੇ ਸਨ। ਪੁਰਾਤਨ ਯੂਨਾਨ ਦੀ ਰਾਜਧਾਨੀ ਏਥਨਸ ਵਿੱਚ ਸੰਸਾਰ ਦੀ ਪਹਿਲੀ ਅਕਾਦਮੀ ਪਲੈਟੋ ਨੇ ਉਸਾਰੀ ਸੀ। ਜਿੱਥੇ ਪਲੈਟੋ ਪੜ੍ਹਾਉਂਦਾ ਸੀ ਉਸ ਦਾ ਇੱਕ ਹੀ ਵਿਦਿਆਰਥੀ ਅਰਸਤੂ ਹੁੰਦਾ ਸੀ। ਪਲੈਟੋ ਕਿਹਾ ਕਰਦਾ ਸੀ, ਜੇ ਮੇਰੀ ਕਲਾਸ ਵਿੱਚ ਅਰਸਤੂ ਹਾਜ਼ਰ ਹੈ ਤਾਂ ਮੈਂ ਸਮਝਦਾ ਹਾਂ ਕਿ ਅੱਧਾ ਯੂਨਾਨ ਮੇਰੀ ਕਲਾਸ ਵਿੱਚ ਹਾਜ਼ਰ ਹੈ। ਧੰਨਵਾਦ। ਨਵੇਂ ਬੂਹੇ। ਇੱਕ ਪ੍ਰਸਿੱਧ ਅਦਾਕਾਰਾ ਦੱਸ ਰਹੀ ਸੀ, ਜਦੋਂ ਮੈਂ ਦਰਸ਼ਕਾਂ ਸਾਹਮਣੇ ਹੋਣ ਦਾ ਸਵੈ ਵਿਸ਼ਵਾਸ ਉਸਾਰਿਆ ਤਾਂ ਰੰਗਮੰਚ ਉੱਤੇ ਨਾਟਕਾਂ ਦਾ ਜ਼ਮਾਨਾ ਹੀ ਬੀਤ ਗਿਆ ਸੀ। ਜਦੋਂ ਮੈਂ ਅਸਫਲਤਾ ਤੋਂ ਡਰਦੀ ਸੀ ਉਦੋਂ ਮੈਂ ਜਿੱਤੀ। ਜਦੋਂ ਮੈਨੂੰ ਹੋਰਾਂ ਦੇ ਸਹਿਯੋਗ ਦੀ ਸਖਤ ਲੋੜ ਸੀ ਸਾਰੇ ਛੱਡ ਗਏ। ਜਦੋਂ ਮੈਂ ਆਪਣੇ ਸਾਰੇ ਅਥਰੂ ਵਹਾ ਚੁੱਕੀ ਸੀ ਉਦੋਂ ਮੈਨੂੰ ਇੱਕ ਮੋਢਾ ਲੱਭਿਆ ਜਿਸ 'ਤੇ ਮੈਂ ਆਪਣਾ ਸਿਰ ਰੱਖ ਸਕਦੀ ਸੀ। ਜਦੋਂ ਮੈਨੂੰ ਖੁਦਗਰਜ਼ ਲੋਕਾਂ ਨੂੰ ਨਫ਼ਰਤ ਕਰਨ ਦੀ ਜਾਚ ਆ ਗਈ ਤਾਂ ਸੱਚੇ ਦਿਲੋਂ ਭਰਪੂਰ ਪਿਆਰ ਕਰਨ ਵਾਲਾ ਪ੍ਰੇਮੀ ਮਿਲਿਆ। ਮੈਂ ਰੌਸ਼ਨੀ ਲਈ ਤਰਸਦੀ ਸੌਂ ਗਈ। ਅੱਖ ਖੁੱਲ੍ਹੀ ਤਾਂ ਸੂਰਜ ਸਾਹਮਣੇ ਸੀ। ਇਹ ਜ਼ਿੰਦਗੀ ਹੈ, ਇਹੀ ਜ਼ਿੰਦਗੀ ਹੈ। ਤੁਸੀਂ ਜਿੰਨੀਆਂ ਮਰਜ਼ੀ ਵਿਉਂਤਾਂ ਬਣਾਓ, ਸੁਪਨੇ ਵੇਖੋ, ਨਿਸ਼ਾਨੇ ਮਿੱਥੋ, ਤੁਸੀਂ ਨਹੀਂ ਜਾਣ ਸਕਦੇ ਕਿ ਜ਼ਿੰਦਗੀ ਨੇ ਤੁਹਾਡੇ ਵਾਸਤੇ ਕੀ ਵਿਅੰਤਿਆ ਹੋਇਆ ਹੈ। ਸਫਲਤਾ ਤੁਹਾਡੀ ਦੁਨੀਆ ਨਾਲ ਜਾਣ ਪਛਾਣ ਕਰਾਉਂਦੀ ਹੈ, ਪਰ ਅਸਫਲਤਾ ਨਾਲ ਤੁਹਾਨੂੰ ਸੰਸਾਰ ਦੀ ਸਮਝ ਪੈਂਦੀ ਹੈ। ਅਕਸਰ ਜਦੋਂ ਅਸੀਂ ਵੇਖਦੇ ਹਾਂ ਕਿ ਇਹ ਮੇਰੀ ਜ਼ਿੰਦਗੀ ਦਾ ਅੰਤ ਹੈ, ਉਸੇ ਵੇਲੇ ਕੁਦਰਤ ਮੁਸਕਰਾ ਕੇ ਨਵਾਂ ਬੂਹਾ ਖੋਲ੍ਹ ਦਿੰਦੀ ਹੈ ਅਤੇ ਕਹਿੰਦੀ ਹੈ, ਇਹ ਜ਼ਿੰਦਗੀ ਦਾ ਮੋੜ ਹੈ, ਅੰਤ ਨਹੀਂ। ਧੰਨਵਾਦ। ਸਵਾਗਤੀ ਕਮੇਟੀ। ਇੱਕ ਵਾਰੀ 25 ਸਾਲ ਪੁਰਾਣੇ ਵਿਦਿਆਰਥੀਆਂ ਦਾ ਸੰਮੇਲਨ ਬੁਲਾਇਆ ਗਿਆ। ਪ੍ਰਬੰਧਕਾਂ ਨੂੰ ਬਹੁਤੇ ਵਿਦਿਆਰਥੀਆਂ ਦੇ ਆਉਣ ਦੀ ਆਸ ਨਹੀਂ ਸੀ। ਲਗਭਗ 400 ਪੁਰਾਣੇ ਵਿਦਿਆਰਥੀ ਬੁਲਾਏ ਗਏ। ਸੱਦਾ ਪੱਤਰ ਵਿੱਚ ਲਿਖਿਆ ਗਿਆ ਕਿ ਤੁਸੀਂ ਸਵਾਗਤੀ ਕਮੇਟੀ ਦੇ ਪ੍ਰਧਾਨ ਹੋਵੋਗੇ। ਪ੍ਰਧਾਨਗੀ ਦਾ ਰਿਬਨ ਨਾਲ ਭੇਜਿਆ ਜਾ ਰਿਹਾ ਹੈ। ਨਿਰਧਾਰਤ ਦਿਨ 'ਤੇ ਪੂਰੇ 9 ਵਜੇ ਪਹੁੰਚ ਜਾਣਾ। ਕਈਆਂ ਨੇ ਨਹੀਂ ਸੀ ਜਾਣਾ, ਪਰ ਸੋਚਿਆ ਕਿ ਉਹਨਾਂ ਨੇ ਸਵਾਗਤੀ ਕਮੇਟੀ ਦਾ ਪ੍ਰਧਾਨ ਬਣਾਇਆ ਹੈ, ਜਾਣਾ ਚਾਹੀਦਾ ਹੈ। ਬੁਲਾਏ ਗਏ ਲਗਭਗ ਸਾਰੇ 400 ਪੁਰਾਣੇ ਵਿਦਿਆਰਥੀ ਪਹੁੰਚੇ ਹੋਏ ਸਨ ਅਤੇ ਹਰ ਕਿਸੇ ਨੇ ਸਵਾਗਤੀ ਕਮੇਟੀ ਦੇ ਪ੍ਰਧਾਨ ਹੋਣ ਦਾ ਰਿਬਨ ਲਾਇਆ ਹੋਇਆ ਸੀ। ਕਿਸੇ ਨੇ ਪ੍ਰਬੰਧਕਾਂ ਦੀ ਇਸ ਜੁਗਤ ਦਾ ਬੁਰਾ ਨਾ ਮਨਾਇਆ, ਸਗੋਂ ਸਾਰਿਆਂ ਨੂੰ ਆਪਣੇ ਵਿਦਿਆਰਥੀ ਜੀਵਨ ਦੀਆਂ ਸ਼ਰਾਰਤਾਂ ਯਾਦ ਆਈਆਂ। ਮਿਲਣਾ, ਹੱਸਣਾ, ਖੇਡਣਾ ਅਤੇ ਸੰਬੰਧਾਂ ਨੂੰ ਸਿੰਜਣਾ ਹੀ ਇਸ ਸੰਮੇਲਨ ਦਾ ਉਦੇਸ਼ ਸੀ। ਇਹ ਸਫਲ ਸਮਾਗਮ ਹੀ ਨਹੀਂ, ਇੱਕ ਯਾਦਗਾਰੀ ਸੰਮੇਲਨ ਹੋ ਨਿਬੜਿਆ। ਧੰਨਵਾਦ। ਸਫਲਤਾ ਦਾ ਭੇਤ। ਇੱਕ ਵਿਅਕਤੀ ਨੇ ਦੁਕਾਨ ਕਿਰਾਏ 'ਤੇ ਲੈ ਕੇ ਡੈਰੀ ਖੋਲ੍ਹੀ। ਸਫਾਈ ਅਤੇ ਮਿਹਨਤ ਨਾਲ ਉਹਦੀ ਡੈਰੀ ਚੱਲ ਨਿਕਲੀ। 3 ਸਾਲ ਮਗਰੋਂ ਜਦੋਂ ਡੈਰੀ ਪ੍ਰਸਿੱਧ ਹੋ ਗਈ ਤਾਂ ਦੁਕਾਨ ਦੇ ਮਾਲਕ ਨੇ ਡੈਰੀ ਵਾਲੇ ਕਿਰਾਏਦਾਰ ਨੂੰ ਉੱਥੋਂ ਕੱਢ ਕੇ ਆਪ ਡੈਰੀ ਚਲਾਉਣ ਦੀ ਵਿਉਂਤ ਬਣਾਈ ਅਤੇ ਡੈਰੀ ਵਾਲੇ ਨੂੰ ਦੁਕਾਨ ਖਾਲੀ ਕਰਨ ਲਈ ਕਿਹਾ। ਕਿਰਾਏਦਾਰ ਨੇ ਕਿਰਾਇਆ ਵਧੇਰੇ ਦੇਣ ਦੀ ਪੇਸ਼ਕਸ਼ ਕੀਤੀ, ਪਰ ਮਾਲਕ ਨੇ ਕਿਹਾ, ਮੈਂ ਇਹ ਦੁਕਾਨ ਢਾਹ ਕੇ ਮੁੜ ਨਵੇਂ ਢੰਗ ਨਾਲ ਉਸਾਰਨੀ ਚਾਹੁੰਦਾ ਹਾਂ। ਡੈਰੀ ਵਾਲਾ ਦੁਕਾਨ ਖਾਲੀ ਕਰਕੇ ਨੇੜੇ ਹੀ ਹੋਰ ਦੁਕਾਨ ਕਿਰਾਏ 'ਤੇ ਲੈ ਕੇ ਡੈਰੀ ਦਾ ਕੰਮ ਕਰਨ ਲੱਗ ਪਿਆ। ਮਾਲਕ ਨੇ ਡੈਰੀ ਵਾਲੇ ਤੋਂ ਖਾਲੀ ਦੁਕਾਨ ਵਿੱਚ
ਆਪ ਡੈਰੀ ਖੋਲ੍ਹੀ, ਪਰ ਤਜਰਬਾ ਨਾ ਹੋਣ ਕਾਰਨ ਤੇ ਸਾਫ਼ ਸਫਾਈ ਨਾ ਰੱਖ ਸਕਣ ਕਾਰਨ ਡੈਰੀ ਨਾ ਚੱਲੀ। ਕੇਵਲ ਚਾਹੁਣ ਨਾਲ ਤੇ ਨਕਲ ਮਾਰਨ ਨਾਲ ਸਫਲਤਾ ਨਹੀਂ ਮਿਲਦੀ, ਉਂਝ ਕੋਸ਼ਿਸ਼ ਕਈ ਕਰਦੇ ਹਨ। ਧੰਨਵਾਦ। ਲਤੀਫੇ। ਲਤੀਫੇ ਸਫਲ ਲੋਕਾਂ ਸੰਬੰਧੀ ਹੀ ਘੜੇ ਜਾਂਦੇ ਹਨ। ਭਾਰਤ ਵਿੱਚ ਸਰਦਾਰ, ਮਾਰਵਾੜੀ, ਗੁਜਰਾਤੀ, ਬਾਣੀਏ ਆਦਿ ਵਧੇਰੇ ਸਫਲ ਹਨ, ਜਿਸ ਕਾਰਨ ਇਹਨਾਂ ਬਾਰੇ ਲਤੀਫੇ ਆਮ ਹਨ। ਇੰਗਲੈਂਡ ਵਾਲੇ ਫਰਾਂਸੀਸੀਆਂ ਸੰਬੰਧੀ ਅਤੇ ਫਰਾਂਸੀਸੀ ਜਰਮਨਾਂ ਸੰਬੰਧੀ ਲਤੀਫੇ ਘੜਦੇ ਰਹਿੰਦੇ ਹਨ। ਅੰਗਰੇਜ਼ਾਂ ਦੇ ਮੁਕਾਬਲੇ ਫਰਾਂਸੀਸੀ ਵਧੇਰੇ ਸਫਲ ਹਨ। ਫਰਾਂਸੀਸੀਆਂ ਦੇ ਮੁਕਾਬਲੇ ਜਰਮਨ ਵਧੇਰੇ ਮਾਹਿਰ ਹਨ। ਜੇ ਤੁਸੀਂ ਸਫਲ ਹੋਗੇ ਤਾਂ ਪਛੜ ਜਾਣ ਵਾਲੇ ਤੁਹਾਡੇ ਬਾਰੇ ਲਤੀਫੇ ਘੜਨਗੇ। ਧੰਨਵਾਦ। ਪੈਸੇ ਦਾ ਆਨੰਦ। ਹਰ ਕੋਈ ਪੈਸੇ ਦਾ ਤਾਂਘਵਾਨ ਹੁੰਦਾ ਹੈ। ਪੈਸੇ ਤੋਂ 3 ਆਨੰਦ ਪ੍ਰਾਪਤ ਹੁੰਦੇ ਹਨ। ਮਿਹਨਤ ਨਾਲ ਹੀ ਕਮਾਇਆ ਜਾਂਦਾ ਹੈ। ਕਮਾਉਣ ਦਾ ਆਨੰਦ ਸਾਡਾ ਸਵੈ ਵਿਸ਼ਵਾਸ ਵਧਾਉਂਦਾ ਹੈ ਅਤੇ ਸਾਡੇ ਵਿੱਚ ਹਿੰਮਤ ਭਰਦਾ ਹੈ। ਮਿਹਨਤ ਕਰਨੀ ਮੁਸ਼ਕਿਲ ਹੁੰਦੀ ਹੈ, ਪਰ ਜਦੋਂ ਮਿਹਨਤ ਦਾ ਪੈਸੇ ਦੇ ਰੂਪ ਵਿੱਚ ਮੁੱਲ ਪੈਂਦਾ ਹੈ ਤਾਂ ਹੋਰ ਮਿਹਨਤ ਕਰਨ ਲਈ ਉਤਸ਼ਾਹ ਮਿਲਦਾ ਹੈ। ਦੂਜਾ ਆਨੰਦ ਪੈਸੇ ਕੋਲ ਹੋਣ ਤੋਂ ਮਿਲਦਾ ਹੈ। ਇਹ ਆਨੰਦ ਬੱਚਤ ਰਾਹੀਂ ਉਪਜਦਾ ਹੈ, ਜਿਸ ਕਾਰਨ ਸਾਡੀ ਚੀਜ਼ਾਂ, ਵਸਤਾਂ, ਵਿਅਕਤੀਆਂ, ਪਕਵਾਨਾਂ, ਪਹਿਰਾਵਿਆਂ ਪ੍ਰਤੀ ਪਹੁੰਚ ਵਿਸ਼ਾਲ ਹੋ ਜਾਂਦੀ ਹੈ। ਸਾਡੀ ਭਾਸ਼ਾ ਬਦਲ ਜਾਂਦੀ ਹੈ। ਵਿਹਾਰ ਉਦਾਰ ਹੋ ਜਾਂਦਾ ਹੈ। ਸਵੈ ਵਿਸ਼ਵਾਸ ਵੱਧਦਾ ਹੈ। ਸਿਹਤ ਠੀਕ ਰਹਿੰਦੀ ਹੈ। ਹੋਰਾਂ 'ਤੇ ਨਿਰਭਰਤਾ ਘਟਦੀ ਹੈ। ਤੀਜਾ ਆਨੰਦ ਖਰਚਣ ਦਾ ਹੁੰਦਾ ਹੈ। ਜਦੋਂ ਅਸੀਂ ਬਾਜ਼ਾਰ ਜਾਂਦੇ ਹਾਂ ਤਾਂ ਦੁਕਾਨਾਂ ਅਤੇ ਸਟੋਰ ਸਾਡੇ ਸਵਾਗਤ ਵਿੱਚ ਖੁੱਲ੍ਹੇ ਹੁੰਦੇ ਹਨ। ਪੈਸੇ ਨਾਲ ਅਸੀਂ ਬਾਜ਼ਾਰ ਵਿੱਚੋਂ ਚੀਜ਼ਾਂ ਜਿੱਤ ਲਿਆਉਂਦੇ ਹਾਂ। ਇਵੇਂ ਕਰਨ ਨਾਲ ਸਾਨੂੰ ਪੈਸੇ ਦੀ ਤਾਕਤ ਦਾ ਪਤਾ ਲੱਗਦਾ ਹੈ। ਹੋਰ ਪੈਸਾ ਕਮਾਉਣ ਦੀ ਹਿੰਮਤ ਅਤੇ ਸਮਰੱਥਾ ਵੱਧਦੀ ਹੈ ਅਤੇ ਸਾਡੇ ਜਾਣੂਆਂ ਦਾ ਘੇਰਾ ਵਿਸ਼ਾਲ ਹੁੰਦਾ ਹੈ। ਧੰਨਵਾਦ। ਹਾਂ ਵਾਲਾ ਚਿਹਰਾ। ਇੱਕ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਆਪਣੇ ਸਾਥੀਆਂ ਨਾਲ ਘੋੜਿਆਂ 'ਤੇ ਜਾ ਰਿਹਾ ਸੀ। ਰਸਤੇ 'ਚ ਇੱਕ ਨਦੀ ਆਈ। ਇੱਕ ਪੈਦਲ ਜਾਂਦੇ ਰਾਹੀ ਨੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਮੈਨੂੰ ਘੋੜੇ 'ਤੇ ਪਾਰ ਲੈ ਜਾਓ। ਘੋੜ ਸਵਾਰਾਂ ਵਿੱਚੋਂ ਜਿਸ ਨੂੰ ਉਹਨੇ ਬੇਨਤੀ ਕੀਤੀ ਉਹ ਲੈ ਗਿਆ। ਇਹ ਜੈਫਰਸਨ ਸੀ, ਜੋ ਮਗਰੋਂ ਅਮਰੀਕਾ ਦਾ ਪ੍ਰਸਿੱਧ ਰਾਸ਼ਟਰਪਤੀ ਬਣਿਆ। ਪਾਰ ਜਾ ਕੇ ਜੈਫਰਸਨ ਦੇ ਇੱਕ ਸਾਥੀ ਨੇ ਉਸ ਰਾਹੀ ਨੂੰ ਪੁੱਛਿਆ, ਤੂੰ ਪਾਰ ਲੈ ਜਾਣ ਲਈ ਸਾਨੂੰ ਸਾਰਿਆਂ ਨੂੰ ਵੇਖ ਕੇ ਜੈਫਰਸਨ ਨੂੰ ਹੀ ਕਿਉਂ ਕਿਹਾ? ਉਸ ਰਾਹੀ ਨੇ ਕਿਹਾ, ਕਈ ਚਿਹਰਿਆਂ 'ਤੇ ਨਾ ਉਕਰੀ ਹੁੰਦੀ ਹੈ। ਮੈਨੂੰ ਜੈਫਰਸਨ ਦੇ ਚਿਹਰੇ 'ਤੇ ਹਾਂ ਵਿਖਾਈ ਦਿੱਤੀ ਸੀ। ਧੰਨਵਾਦ। ਸਰਹੱਦਾਂ ਤੋਂ ਪਾਰ। ਅਮਰੀਕਾ ਵਿੱਚ ਕੰਮ ਕਰਦੇ ਇੱਕ ਪੰਜਾਬੀ ਡਾਕਟਰ ਨੇ ਹਸਪਤਾਲ ਦੇ ਮੁਖੀ ਦਾ ਫੋਨ ਆਇਆ ਕਿ ਜਲਦੀ ਆਓ, ਐਮਰਜੈਂਸੀ ਹੈ। ਇੱਕ ਮਰੀਜ਼ ਦੀ ਗੱਲਬਾਤ ਉਲਝਾਉਣ ਦੀ ਲੋੜ ਹੈ। ਭਾਵੇਂ ਥੱਕਿਆ ਹੋਇਆ ਸੀ, ਪੰਜਾਬੀ ਡਾਕਟਰ ਚਲਾ ਗਿਆ। ਲਗਭਗ 80 ਸਾਲ ਦੀ ਇੱਕ ਪਾਕਿਸਤਾਨੀ ਬੇਗਮ ਆਪਰੇਸ਼ਨ ਲਈ ਇੱਕ ਮੇਜ਼ 'ਤੇ ਪਈ ਸੀ। ਉਹ ਬੇਗਮ ਬੜੀ ਪਰੇਸ਼ਾਨ ਸੀ। ਉਹ ਆਪਰੇਸ਼ਨ ਦੌਰਾਨ ਮਰ ਜਾਣ ਦੇ ਤੌਖਲੇ ਤੋਂ ਪਰੇਸ਼ਾਨ ਸੀ। ਪੰਜਾਬੀ ਡਾਕਟਰ ਨੇ ਉਸ ਨੂੰ ਕਿਹਾ, ਮਾਂ ਜੀ ਫਿਕਰ ਨਾ ਕਰੋ, ਸਭ ਕੁਝ ਠੀਕ ਹੋਏਗਾ, ਤੁਹਾਡੀ ਤਸੱਲੀ ਅਨੁਸਾਰ ਹੋਏਗਾ। ਅਮਰੀਕਾ ਵਿੱਚ ਹੀ ਉਹਦੇ 2 ਪੁੱਤਰ ਰਹਿੰਦੇ ਸਨ, ਪਰ ਕੋਈ ਆ ਨਾ ਸਕਿਆ। ਪੰਜਾਬੀ ਡਾਕਟਰ ਦੇ ਮਾਂ ਜੀ ਵਜੋਂ ਮੁਖਾਤਬ ਕਰਕੇ ਕਹੇ ਗਏ ਬੋਲਾਂ ਨਾਲ ਹੀ ਉਹ ਬੇਗਮ ਹੌਸਲੇ 'ਚ ਆ ਗਈ। ਉਸਨੇ ਜਾ ਰਹੇ ਪੰਜਾਬੀ ਡਾਕਟਰ ਨੂੰ ਕਿਹਾ, ਬੇਟਾ ਨਾ ਜਾਓ, ਮੇਰੇ ਕੋਲ ਰਹੋ। ਡਾਕਟਰ ਨੇ ਕਿਹਾ, ਮਾਂ ਜੀ ਮੈਂ ਸਵੇਰੇ ਆ ਜਾਵਾਂਗਾ। ਬੇਗਮ ਨੇ ਕਿਹਾ, ਬੇਟਾ ਜ਼ਰੂਰ ਆਉਣਾ। ਬੇਗਮ ਪਾਕਿਸਤਾਨ ਦੀ ਸੀ, ਡਾਕਟਰ ਹਿੰਦੁਸਤਾਨੀ ਸੀ। ਮਾਂ ਬੇਟੇ ਨੇ ਸਰਹੱਦ ਮੇਟ ਦਿੱਤੀ ਸੀ।
ਕਸ਼ਮੀਰ ਦਾ ਮਸਲਾ ਹੱਲ ਕਰ ਦਿੱਤਾ ਸੀ। ਧੰਨਵਾਦ। ਡਿਊਟੀ। ਫੌਜੀਆਂ ਬਾਰੇ ਪ੍ਰਸਿੱਧ ਹੈ ਕਿ ਉਹ ਆਪਣੀ ਡਿਊਟੀ ਦੇ ਪੱਕੇ ਹੁੰਦੇ ਹਨ। ਇੱਕ ਛਾਉਣੀ ਵਿੱਚ ਸਮਾਗਮ ਸੀ। ਇੱਕ ਨਵਾਂ ਫੌਜੀ ਗੇਟ 'ਤੇ ਪਹਿਰੇ ਦੀ ਡਿਊਟੀ ਦੇ ਰਿਹਾ ਸੀ। ਉਸਨੂੰ ਕਿਹਾ ਗਿਆ ਸੀ ਕਿ ਲਾਲ ਸਟਿੱਕਰ ਵਾਲੀਆਂ ਗੱਡੀਆਂ ਕਾਰਾਂ ਹੀ ਲੰਘਣ ਦੇਣੀਆਂ ਹਨ। ਉਸਨੂੰ ਦੱਸਿਆ ਨਹੀਂ ਸੀ ਗਿਆ ਕਿ ਕਿਸ ਕਿਸ ਨੂੰ ਲਾਲ ਸਟਿੱਕਰ ਤੋਂ ਛੂਟ ਦੇਣੀ ਹੈ। ਮੁੱਖ ਮਹਿਮਾਨ ਜਰਨੈਲ ਦੀ ਕਾਰ ਆਈ, ਜਿਹੜੀ ਸਟਿੱਕਰ ਤੋਂ ਬਿਨਾਂ ਸੀ। ਪਹਿਰੇ 'ਤੇ ਖਲੋਤੇ ਨੇ ਕਿਹਾ, ਰੁਕੋ, ਤੁਸੀਂ ਅੱਗੇ ਨਹੀਂ ਜਾ ਸਕਦੇ। ਜਰਨੈਲ ਨੇ ਵਕਤ ਸਿਰ ਪਹੁੰਚ ਕੇ ਸਲਾਮੀ ਲੈਣੀ ਸੀ। ਜਰਨੈਲ ਨੇ ਡਰਾਈਵਰ ਨੂੰ ਕਿਹਾ, ਪਰਵਾਹ ਨਾ ਕਰੋ, ਚਲੋ। ਫੌਜੀ ਨੇ ਫੇਰ ਕਿਹਾ, ਰੁਕੋ, ਨਹੀਂ ਤਾਂ ਗੋਲੀ ਮਾਰ ਦੇਵਾਂਗਾ। ਲੇਟ ਹੋ ਰਹੇ ਜਰਨੈਲ ਨੇ ਕਿਹਾ, ਪਰਵਾਹ ਨਾ ਕਰੋ, ਚਲੋ। ਨਵਾਂ ਫੌਜੀ ਸ਼ਸ਼ੋ ਪੰਜ ਵਿੱਚ ਸੀ। ਡਿਊਟੀ ਦੇਵੇ ਕਿ ਆਪਣੀ ਨੌਕਰੀ ਬਚਾਵੇ। ਪਹਿਰੇਦਾਰ ਫੌਜੀ ਨੇ ਕਾਰ ਦੀ ਪਿਛਲੀ ਬਾਰੀ ਤੋਂ ਜਰਨੈਲ ਤੋਂ ਪੁੱਛਿਆ, ਜਨਾਬ, ਗੋਲੀ ਤੁਹਾਨੂੰ ਮਾਰਾਂਗੇ ਡਰਾਈਵਰ ਨੂੰ? ਇਹ ਗੱਲ ਜਰਨੈਲ ਨੇ ਆਪਣੇ ਭਾਸ਼ਣ ਵਿੱਚ ਸੁਣਾ ਕੇ ਪਹਿਰੇਦਾਰ ਫੌਜੀ ਦੀ ਸਿਫਤ ਕੀਤੀ। ਧੰਨਵਾਦ। ਭਾਰਤ ਮਹਾਨ। ਕਹਿਣ ਨੂੰ ਅਸੀਂ ਕਹਿੰਦੇ ਹਾਂ ਕਿ ਭਾਰਤ ਦੀ ਸੱਭਿਅਤਾ ਮਹਾਨ ਹੈ। ਕੀ ਕੋਈ ਅਜਿਹਾ ਦੇਸ਼ ਵੀ ਹੈ ਜਿਸ 'ਤੇ ਲੋਕ ਕਹਿੰਦੇ ਹੋਣ ਕਿ ਸਾਡੀ ਸੱਭਿਅਤਾ ਮਹਾਨ ਨਹੀਂ? ਭਾਰਤ ਦੀ ਸੱਭਿਅਤਾ ਮਹਾਨ ਹੈ, ਪਰ ਮਾਣ ਅਸੀਂ ਭਾਰਤੀ ਹੋਣ ਦੀ ਥਾਂ ਅਮਰੀਕਨ, ਕੈਨੇਡੀਅਨ, ਆਸਟ੍ਰੇਲੀਅਨ ਹੋਣ ਦਾ ਹੀ ਕਰਦੇ ਹਾਂ। ਉਂਝ ਭਾਰਤ ਮਹਾਨ ਹੈ। ਪੰਜਾਬ ਜੀ ਕੋਈ ਥਾਂ ਨਹੀਂ। ਪੰਜਾਬੀਆਂ ਦੀ ਸ਼ਾਨ ਵੀ ਨਿਰਾਲੀ ਹੈ। ਇਸ ਸ਼ਾਨ ਕਾਰਨ ਹੀ ਹਰੇਕ ਪੰਜਾਬੀ ਅੱਡੀਆਂ ਚੁੱਕ ਕੇ ਹਰ ਨਜਾਇਜ਼ ਢੰਗ ਨਾਲ ਵਿਦੇਸ਼ ਜਾਣ ਦੀ ਜੁਗਤ ਵਰਤ ਰਿਹਾ ਹੈ। ਵਿਦੇਸ਼ ਜਾਣ ਦੇ ਢੰਗਾਂ ਕਾਰਨ ਸਾਡੀ ਸਾਖ ਨੀਵੀਂ ਹੈ, ਪਰ ਭਾਰਤ ਫਿਰ ਵੀ ਮਹਾਨ ਹੈ। ਸਾਡਾ ਸਭ ਕੁਝ ਮਹਾਨ ਹੈ। ਸੰਸਾਰ ਦੀ ਹਰੇਕ ਕੁਰੀਤੀ ਇੱਥੇ ਹੈ, ਪਰ ਭਾਰਤ ਰਿਸ਼ੀਆਂ ਮੁਨੀਆਂ ਦਾ ਦੇਸ਼ ਹੈ। ਵਾਸਤਵ ਵਿੱਚ ਇਹਨਾਂ ਵਾਕਾਂ ਦਾ ਕੋਈ ਅਰਥ ਨਹੀਂ। ਭਾਰਤ ਦੇ ਹਾਕਮ ਲੋਕਾਂ ਨੂੰ ਕੌਮ, ਸੱਭਿਅਤਾ ਆਦਿ ਦੇ ਨਾਂ 'ਤੇ ਵਡਿਆ ਕੇ, ਕੁਰਾਹੇ ਪਾ ਕੇ ਆਪਣਾ ਰਾਜ ਚਲਾਈ ਰੱਖਣ ਵਿੱਚ ਸਫਲ ਹੋ ਜਾਂਦੇ ਹਨ। ਸਾਡੇ ਹਾਕਮ ਕੁਝ ਕਰੀ ਜਾਣ, ਭਾਰਤ ਮਹਾਨ ਹੀ ਰਹਿੰਦਾ ਹੈ। ਧੰਨਵਾਦ। ਉਪਰਾਲੇ। ਹਰੇਕ ਵਿਅਕਤੀ ਉਦਾਸ ਵੀ ਹੁੰਦਾ ਹੈ ਅਤੇ ਢਹਿੰਦੀ ਕਲਾ ਵਿੱਚ ਵੀ ਉਤਰਦਾ ਹੈ। ਹਰੇਕ ਵਿਅਕਤੀ ਦੇ ਉਦਾਸ ਹੋਣ ਦਾ ਢੰਗ ਅਤੇ ਢਹਿੰਦੀ ਕਲਾ ਵਿੱਚ ਉਤਰਨ ਅਤੇ ਇਹਨਾਂ ਵਿੱਚੋਂ ਉੱਭਰਨ ਦਾ ਢੰਗ ਵੱਖਰਾ ਹੁੰਦਾ ਹੈ। ਅਧੂਰੇ ਪਏ ਕੰਮ ਉਦਾਸ ਕਰਦੇ ਹਨ। ਅਰੰਭੇ ਜਾਣ ਵਾਲੇ ਕੰਮ ਅਰੰਭੇ ਨਾ ਜਾਣ ਕਾਰਨ ਮਨ ਉਚਾਟ ਹੋ ਜਾਂਦਾ ਹੈ। ਬਿਨਾਂ ਕਾਰਨ ਹੀ ਰਿਸ਼ਤੇ ਦੇ ਟੁੱਟਣ ਦੇ ਰਾਹ ਪੈਣ ਨਾਲ ਮਨੁੱਖ ਢਹਿੰਦੀ ਕਲਾ ਦਾ ਸ਼ਿਕਾਰ ਹੁੰਦਾ ਹੈ। ਵਾਸਤਵ ਵਿੱਚ ਇਹ ਦੋਵੇਂ ਸਥਿਤੀਆਂ ਸੋਚਣ, ਵਿਉਂਤਣ ਦਾ ਕਾਰਜ ਕਰਨ ਲਈ ਹੁੰਦੀਆਂ ਹਨ। ਅਚਾਨਕ ਨਾਵਲਕਾਰ ਅਧੂਰੇ ਪਏ ਨਾਵਲ ਨੂੰ ਤਿਆਗ ਕੇ ਨਵਾਂ ਨਾਵਲ ਲਿਖ ਦਿੰਦਾ ਹੈ। ਕਵੀ ਲੰਮੀ ਸੈਰ 'ਤੇ ਨਿਕਲਦਾ ਹੈ, ਨਵਾਂ ਗੀਤ ਰਚ ਦਿੰਦਾ ਹੈ। ਕੋਈ ਵਿਆਹ ਕਰਨ ਬਾਰੇ ਫੈਸਲਾ ਕਰਦਾ ਹੈ, ਕੋਈ ਨਵਾਂ ਮਕਾਨ ਉਸਾਰਨ ਲੱਗ ਪੈਂਦਾ ਹੈ। ਜਿਹੜਾ ਸੋਚ ਵਿਉਂਤ ਨਹੀਂ ਸਕਦਾ, ਉਹ ਨਸ਼ੇ ਕਰਨ ਲੱਗ ਪੈਂਦਾ ਹੈ। ਆਗੂ ਨਵਾਂ ਅੰਦੋਲਨ ਆਰੰਭ ਕਰ ਦਿੰਦਾ ਹੈ। ਇਸਤਰੀ ਗਹਿਣੇ ਅਤੇ ਕੱਪੜੇ ਖਰੀਦਣ ਲੱਗ ਪੈਂਦੀ ਹੈ। ਇਹ ਸਾਰੇ ਆਪਣੀ ਅਕਾਊ ਸਥਿਤੀ ਵਿੱਚੋਂ ਬਾਹਰ ਨਿਕਲਣ ਦੇ ਉਪਰਾਲੇ ਹੁੰਦੇ ਹਨ। ਅਜਿਹੀ ਹਾਲਤ ਦਾ ਸਾਹਮਣਾ ਮੰਗਤਿਆਂ ਤੋਂ ਬਾਦਸ਼ਾਹਾਂ ਤੱਕ ਹਰ ਕਿਸੇ ਨੂੰ ਕਰਨਾ ਪੈਂਦਾ ਹੈ। ਧੰਨਵਾਦ। ਆਤਮਾ 'ਤੇ ਬੋਝ। ਇਮਾਨਦਾਰੀ ਦੀ ਵੀ ਹੱਦ ਹੁੰਦੀ ਹੈ। ਇੱਕ ਵਿਅਕਤੀ ਲਾਟਰੀ ਦੀਆਂ ਟਿਕਟਾਂ ਵੇਚਣ ਦਾ ਕੰਮ ਕਰਦਾ ਸੀ। ਇੱਕ ਜਾਣੂ ਜਿਹੜਾ ਪਹਿਲਾਂ ਵੀ ਟਿਕਟਾਂ ਖਰੀਦਿਆ ਕਰਦਾ ਸੀ, ਉਸ ਕੋਲੋਂ 10 ਟਿਕਟਾਂ ਖਰੀਦਣ ਵਾਸਤੇ ਆਇਆ। ਪੈਸੇ ਦੇ ਗਿਆ, ਕਹਿ ਗਿਆ ਟਿਕਟਾਂ ਵਾਪਸੀ ਵੇਲੇ ਲੈ ਜਾਵਾਂਗਾ। ਨਾ ਆਇਆ। ਉਹਨਾਂ 10 ਟਿਕਟਾਂ ਵਿੱਚੋਂ ਇੱਕ ਟਿਕਟ ਦਾ 1 ਕਰੋੜ ਰੁਪਏ ਦਾ ਤੀਜਾ ਇਨਾਮ ਨਿਕਲ ਆਇਆ। ਲਾਟਰੀ ਵਾਲੇ ਨੇ ਖਰੀਦਣ ਵਾਲੇ ਦਾ ਘਰ ਲੱਭ ਕੇ ਜਾ ਕੇ ਟਿਕਟ ਦਿੱਤੀ ਤਾਂ ਕਿ ਉਹ ਨਿਕਲਿਆ ਇਨਾਮ ਲੈ ਸਕੇ। ਮਗਰੋਂ ਇੱਕ ਪੱਤਰਕਾਰ ਦੇ ਪੁੱਛਣ 'ਤੇ ਉਹਨੇ ਦੱਸਿਆ ਕਿ ਮੈਂ ਚਾਹੁੰਦਾ
ਤਾਂ ਮੈਂ ਵੀ ਇਨਾਮ ਦੇ ਪੈਸੇ ਲੈ ਸਕਦਾ ਸੀ, ਪਰ ਇਸ ਨਾਲ ਮੇਰੀ ਆਤਮਾ 'ਤੇ ਬੋਝ ਪੈਣਾ ਸੀ। ਧੰਨਵਾਦ। ਵਿਹਾਰਕ ਗਿਆਨ। ਤਜਰਬਾ ਛੁਪਿਆ ਹੋਇਆ ਗਿਆਨ ਹੁੰਦਾ ਹੈ। ਜਦੋਂ ਮੈਂ ਮਕਾਨ ਪਾਇਆ ਤਾਂ ਨੀਹਾਂ ਭਰਨ ਉਪਰੰਤ ਮਿੱਟੀ ਪਵਾਉਣੀ ਸੀ, ਜਿਹੜੀ ਟਰੈਕਟਰ ਟਰਾਲੀਆਂ ਵਿੱਚ ਆਉਣੀ ਸੀ। 12 ਦਿਨ ਮੈਂ ਪਲਾਟ 'ਤੇ ਬੈਠ ਕੇ ਟਰਾਲੀਆਂ ਗਿਣਦਾ ਰਿਹਾ। ਕੁਝ ਅਰਸੇ ਮਗਰੋਂ ਜਦੋਂ ਅਜੇ ਮੇਰਾ ਮਕਾਨ ਬਣ ਰਿਹਾ ਸੀ, ਮੇਰੇ ਗੁਆਂਢੀ ਨੇ ਨੀਹਾਂ ਭਰਵਾਉਣ ਉਪਰੰਤ ਮੇਰੇ ਹੀ ਟਰਾਲੀ ਵਾਲੇ ਨੂੰ ਬੁਲਾਇਆ। ਪ੍ਰਤੀ ਟਰਾਲੀ ਮਿੱਟੀ 'ਤੇ ਕੀਮਤ ਦਾ ਫੈਸਲਾ ਕੀਤਾ। ਰਕਬਾ ਮਾਪਿਆ। 90 ਟਰਾਲੀਆਂ ਮਿੱਟੀ ਪੈਣੀ ਸੀ। ਕਿਸੇ ਵੱਲੋਂ ਟਰਾਲੀਆਂ ਗਿਣਨ ਦੀ ਲੋੜ ਨਹੀਂ ਸੀ। ਟਰਾਲੀ ਵਾਲੇ ਨੂੰ 90 ਟਰਾਲੀਆਂ ਦੇ ਪੈਸੇ ਮਿਲਣੇ ਸਨ। ਉਸਨੇ 8 ਦਿਨਾਂ ਵਿੱਚ ਭਰ ਭਰ ਕੇ ਲਿਆਂਦੀਆਂ 72 ਟਰਾਲੀਆਂ ਨਾਲ ਹੀ ਕੰਮ ਮੁਕਾ ਦਿੱਤਾ। ਮੇਰਾ ਗੁਆਂਢੀ ਅਨਪੜ੍ਹ ਆੜ੍ਹਤੀ ਸੀ, ਪਰ ਉਸ ਕੋਲ ਵਿਹਾਰਕ ਗਿਆਨ ਸੀ। ਮੈਂ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ 12 ਦਿਨ 106 ਟਰਾਲੀਆਂ ਗਿਣੀਆਂ। ਉਸ ਦੇ ਮਿੱਟੀ ਪਵਾਉਣ ਦੇ ਢੰਗ ਤੋਂ ਮੈਂ ਮਹਿਸੂਸ ਕੀਤਾ ਜਿਵੇਂ ਮੈਂ ਅਨਪੜ੍ਹ ਸਾਂ ਅਤੇ ਉਹ ਪ੍ਰੋਫੈਸਰ ਸੀ। ਧੰਨਵਾਦ। ਦ੍ਰਿੜ ਸੰਕਲਪ। ਇੱਕ ਇਸਤਰੀ ਨੂੰ ਅਧਰੰਗ ਹੋਇਆ ਸੀ। ਇੱਕ ਦਿਨ ਉਸਨੇ ਆਪਣੇ ਮੁੜ ਤੰਦਰੁਸਤ ਹੋਣ ਦੀ ਕਲਪਨਾ ਕੀਤੀ ਅਤੇ ਸੰਕਲਪ ਕੀਤਾ ਕਿ ਆਪਣਾ ਫੋਨ ਆਪ ਸੁਣਨਾ ਹੈ ਅਤੇ ਆਪਣਾ ਖਾਣਾ ਆਪ ਖਾਣਾ ਹੈ। ਕੁਝ ਦਿਨ ਮੁਸ਼ਕਿਲ ਹੋਈ, ਪਰ ਫਿਰ ਕਰਨ ਯੋਗ ਹੋ ਗਈ। ਫਿਰ ਫੈਸਲਾ ਕੀਤਾ ਚਿੱਠੀ ਦਾ ਜਵਾਬ ਆਪ ਦੇਣਾ ਹੈ, ਆਪਣੇ ਕੱਪੜੇ ਆਪ ਬਦਲਣੇ ਹਨ। ਕੁਝ ਚਿਰ ਮੁਸ਼ਕਿਲ ਹੋਈ, ਪਰ ਆਦਤ ਪੈ ਗਈ। ਇਹ ਕੁਝ ਕਰਨ ਵਾਸਤੇ ਉਹ ਅਕਸਰ ਖੜੀ ਹੋ ਜਾਂਦੀ ਸੀ ਅਤੇ ਆਪਣੀ ਵਿਕਲਾਂਗਤਾ ਭੁੱਲ ਜਾਂਦੀ ਸੀ। ਇਵੇਂ ਲਗਭਗ 1.5 ਸਾਲ ਵਿੱਚ ਉਹ ਆਪਣੇ ਸਾਰੇ ਕੰਮ ਆਪ ਕਰਨ ਲੱਗ ਪਈ। ਜਿੰਨਾ ਚਿਰ ਉਹ ਸੋਚਦੀ ਸੀ ਇਹ ਨਹੀਂ ਹੋਣਾ, ਉਹ ਕੁਝ ਨਾ ਕਰ ਸਕੀ। ਜਦੋਂ ਕਰਨ ਦਾ ਫੈਸਲਾ ਕੀਤਾ ਤਾਂ ਸਭ ਕੁਝ ਹੋਣ ਲੱਗ ਪਿਆ। ਧੰਨਵਾਦ। ਜਰਨੈਲਾਂ ਦੇ ਅਸੂਲ। ਵਾਟਰਲੂ ਦੀ ਲੜਾਈ ਹੋ ਰਹੀ ਸੀ। ਇੰਗਲੈਂਡ ਦੇ ਜਰਨੈਲ ਡਿਊਕ ਵੈਲਿੰਗਟਨ ਦਾ ਨੈਪੋਲੀਅਨ ਵਿਰੁੱਧ ਪਲੜਾ ਭਾਰੀ ਸੀ। ਯੁੱਧ ਦੇ ਮੈਦਾਨ ਵਿੱਚ ਵੈਲਿੰਗਟਨ ਅਤੇ ਨੈਪੋਲੀਅਨ ਦੋਵੇਂ ਹਾਜ਼ਰ ਸਨ। ਵੈਲਿੰਗਟਨ ਦੇ ਇੱਕ ਫੌਜੀ ਅਫਸਰ ਨੇ ਆਪਣੀ ਤੋਪ ਦੀ ਜ਼ਦ ਵਿੱਚ ਖਲੋਤੇ ਨੈਪੋਲੀਅਨ ਨੂੰ ਤੋਪ ਨਾਲ ਉਡਾਉਣ ਦੀ ਆਗਿਆ ਮੰਗੀ, ਪਰ ਵੈਲਿੰਗਟਨ ਨੇ ਆਗਿਆ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਰਨੈਲ ਇੱਕ ਦੂਜੇ ਨੂੰ ਮਾਰਿਆ ਨਹੀਂ ਕਰਦੇ। ਧੰਨਵਾਦ। ਢਹਿੰਦੀ ਕਲਾ। ਢਹਿੰਦੀ ਕਲਾ ਦੇ ਸ਼ਿਕਾਰ ਵਿਅਕਤੀ ਵਿੱਚ ਆਤਮਘਾਤੀ ਬਿਰਤੀ ਉਪਜਦੀ ਹੈ। ਅਜਿਹੇ ਵਿਅਕਤੀ ਅਤੇ ਉਸਦੇ ਪਰਿਵਾਰ ਕੋਲ ਮਾਨਸਿਕ ਰੋਗਾਂ ਦੇ ਡਾਕਟਰ ਕੋਲ ਜਾਣ ਦੀ ਸਮਰੱਥਾ ਨਹੀਂ ਹੁੰਦੀ। ਅਜਿਹੇ ਰੋਗੀ ਨੂੰ ਇਕੱਲਿਆਂ ਨਹੀਂ ਛੱਡਣਾ ਚਾਹੀਦਾ। ਇੱਕ ਅਜਿਹਾ ਵਿਅਕਤੀ ਮੇਰੇ ਕੋਲ ਆਇਆ। ਮੈਂ ਉਸਨੂੰ ਕਿਹਾ, ਤੂੰ ਲੇਖਕ ਬਣ ਸਕਦਾ ਹੈ। ਤੂੰ 2 ਹਫ਼ਤੇ ਜਿਵੇਂ ਮੈਂ ਕਹਾਂ ਉਵੇਂ ਕਰ। ਆਪਣੇ ਮਨ ਦੀ ਹਾਲਤ, ਉਸਦੇ ਪਿਛੋਕੜ, ਆਪਣੇ ਤੌਖਲਿਆਂ ਅਤੇ ਸੰਸਿਆਂ ਬਾਰੇ ਲਿਖ ਕੇ ਲਿਆ। ਜਦੋਂ ਲੈ ਆਇਆ ਤਾਂ ਮੈਂ ਕਿਹਾ, ਆਪਣੀ ਜ਼ਿੰਦਗੀ ਦੇ ਖੁਸ਼ੀ ਦੇ ਪਲਾਂ ਬਾਰੇ ਲਿਖ। ਇਹ ਵੀ ਲਿਖ ਲਿਆਇਆ। ਫਿਰ ਉਸਨੂੰ ਕਿਹਾ, ਆਮੋ ਸਾਹਮਣੇ ਦੇ ਪੰਨਿਆਂ 'ਤੇ ਆਪਣੀਆਂ ਤਸੱਲੀਆਂ ਅਤੇ ਆਪਣੀਆਂ ਉਦਾਸੀਆਂ ਲਿਖ। ਆਪਣੇ ਗੁਣ ਅਤੇ ਦੋਸ਼ ਦਰਜ ਕਰ। ਪਤਨੀ ਦੇ ਨੁਕਸ ਅਤੇ ਗੁਣ ਦਰਜ ਕਰ। ਲਿਖ ਸੰਸਾਰ ਦਾ ਕੀ ਪਸੰਦ ਹੈ, ਕੀ ਪਸੰਦ ਨਹੀਂ। ਇੰਨਾ ਕਰਨ ਨਾਲ ਹੀ ਉਸਨੂੰ ਆਪਣੇ ਆਪ ਨੂੰ ਸਮਝਣ ਵਿੱਚ ਮਦਦ ਮਿਲੀ। ਮਨ ਤੋਂ ਬੋਝ ਲੈ ਗਿਆ। ਸੌਖਾ ਮਹਿਸੂਸ ਕਰਨ ਲੱਗ ਪਿਆ। ਢਹਿੰਦੀ ਕਲਾ ਵਿੱਚੋਂ ਬਾਹਰ ਨਿਕਲ ਆਇਆ। ਧੰਨਵਾਦ। ਚਾਰਲੀ ਚੈਪਲਿਨ ਦੀ ਨਾਰਾਜ਼ ਹੋਈ ਪਤਨੀ ਰਸੋਈ ਵਿੱਚ ਚਿੱਠੀ ਲਿਖ ਕੇ ਉਸਨੂੰ ਛੱਡ ਗਈ, ਜਿਸ ਵਿੱਚ ਲਿਖਿਆ ਸੀ, ਪਿਆਰੇ ਚਾਰਲੀ, ਮੈਂ ਤੈਨੂੰ ਨਫ਼ਰਤ ਕਰਦੀ ਹਾਂ। ਪਿਆਰ ਸਹਿਤ, ਮਾਰਥਾ। ਧੰਨਵਾਦ। ਪਿਆਰ। ਚਿਰ ਮਗਰੋਂ ਵਿਦੇਸ਼ ਤੋਂ ਆਏ ਪੁੱਤਰ ਨੂੰ ਮਾਂ ਨੇ ਲਾਡ ਨਾਲ ਪੁੱਛਿਆ, ਤੈਨੂੰ ਕੌਣ ਵਧੇਰੇ ਪਿਆਰੀ ਲੱਗਦੀ ਹੈ,
ਪਤਨੀ ਜਾਂ ਮੈਂ? ਪੁੱਤਰ ਨੇ ਕਿਹਾ, ਪਤਾ ਨਹੀਂ ਮਾਂ, ਸੱਚ ਇਹ ਹੈ ਕਿ ਤੇਰਾ ਪਿਆਰ ਪਤਨੀ ਭੁਲਾ ਦਿੰਦਾ ਹੈ ਅਤੇ ਪਤਨੀ ਦਾ ਪਿਆਰ ਤੇਰੀ ਯਾਦ ਜਗਾ ਦਿੰਦਾ ਹੈ। ਧੰਨਵਾਦ।